हाय एवरीवन, वेलकम टू दिस चैनल। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈਗਾ ਬਿਲ ਆਫ ਐਕਸਚੇਂਜ ਦਾ। ਸੋ ਲੈਟਸ ਸਟਾਰਟ ਵਿਦ ਦ ਟੌਪਿਕ। ਪਹਿਲਾਂ ਆਪਾਂ ਇਹ ਸਮਝਾਂਗੇ ਕਿ ਬਿਲ ਆਫ ਐਕਸਚੇਂਜ ਹੁੰਦਾ ਹੀ ਹੈ। ਲੈਟ ਅਸ ਟੇਕ ਐਗਜ਼ਾਮਪਲ। ਤੁਸੀਂ ਜਿਵੇਂ ਕੋਈ ਵੀ ਸ਼ੌਪ 'ਤੇ ਸਪੋਜ਼ ਕਰੋ ਕਿ ਲੈਪਟਾਪ ਪਰਚੇਜ਼ ਕਰਨ ਗਏ। ਉਹ ਸ਼ੌਪ ਵਾਲਾ ਤੁਹਾਨੂੰ ਜਾਣਦਾ ਸੀਗਾ। ਜਦੋਂ ਤੁਸੀਂ ਲੈਪਟਾਪ ਪਰਚੇਜ਼ ਕਰਨ ਗਏ ਤਾਂ ਤੁਸੀਂ ਜਿਹੜਾ ਸ਼ੌਪਕੀਪਰ ਸੀ ਉਹ ਤੁਹਾਨੂੰ ਜਾਣਨ ਕਰਕੇ ਤੁਸੀਂ ਉਹਨੂੰ ਕਿਹਾ ਕਿ ਮੇਰੇ ਕੋਲ ਫਿਲਹਾਲ ਪੈਸੇ ਨਹੀਂ ਹੈਗੇ ਦੇਣ ਵਾਸਤੇ, ਅਤੇ ਬਟ ਮੈਨੂੰ ਲੈਪਟਾਪ ਚਾਹੀਦਾ ਅਤੇ ਤੂੰ ਮੈਨੂੰ ਦੇ ਦੇ, ਮੈਂ ਤੈਨੂੰ 1 ਵੀਕ ਤੱਕ ਜਾਂ 1 ਮੰਥ ਤੱਕ ਪੈਸੇ ਦੇ ਦੂੰਗਾ। ਤਾਂ ਉਹ ਤੁਹਾਨੂੰ ਜਾਣਦਾ ਸੀ, ਇਸ ਕਰਕੇ ਉਹਨੇ ਕਿਹਾ ਵੀ ਚੱਲ ਠੀਕ ਹੈ, ਵੀ ਮੈਂ ਤਾਂ ਤੈਨੂੰ ਜਾਣਦਾ ਹੀ ਹਾਂ, ਇਹ ਆਪਣਾ ਨੇਬਰ ਹੈਗਾ, ਤਾਂ ਚੱਲ ਮੈਂ ਤੈਨੂੰ ਦੇ ਦਿੰਦਾ। ਸੇਮ ਟਾਈਮ 'ਤੇ ਜਦੋਂ ਤੁਸੀਂ ਪਰਚੇਜ਼ ਕਰ ਰਹੇ ਸੀ ਉਦੋਂ ਇੱਕ ਹੋਰ ਅਨਨੋਨ ਬੰਦਾ ਉੱਥੇ ਖੜ੍ਹਾ ਸੀਗਾ। ਉਹਨੇ ਜਦੋਂ ਦੇਖਿਆ ਵੀ ਉਹ ਵੀ ਕੁਛ ਗੈਜਟ ਪਰਚੇਜ਼ ਕਰ ਰਿਹਾ ਸੀਗਾ, ਅਤੇ ਉਹਨੇ ਵੀ ਫਿਰ ਸ਼ੌਪਕੀਪਰ ਨੂੰ ਕਿਹਾ ਵੀ ਪਰਚੇਜ਼ ਤਾਂ ਮੈਂ ਵੀ ਕੁਛ ਕਰਨਾ, ਬਟ ਮੇਰੇ ਕੋਲ ਇਸ ਟਾਈਮ 'ਤੇ ਪੈਸੇ ਨਹੀਂ ਹੈਗੇ ਗੇ। ਅਤੇ ਬਟ ਤੁਹਾਡਾ ਜਿਹੜਾ ਉਹ ਸ਼ੌਪਕੀਪਰ ਸੀ ਉਹਨੇ ਤੁਹਾਨੂੰ ਤਾਂ ਦਿੱਤਾ ਸੀ ਬਿਕੋਜ਼ ਉਹ ਤੁਹਾਨੂੰ ਜਾਣਦਾ ਸੀਗਾ, ਬਟ ਹੁਣ ਉਹ ਉਸ ਟਾਈਮ 'ਤੇ ਕੀ ਕਰੂਗਾ, ਹੁਣ ਉਹ ਉਹਨੂੰ ਜਾਣਦਾ ਤਾਂ ਹੈ ਨਹੀਂ ਗਾ, ਬਟ ਉਹ ਚਾਹੁੰਦਾ ਵੀ ਚੱਲ ਉਹ ਉਹਨੂੰ ਵੀ ਦੇਵੇ, ਕਿਉਂਕਿ ਐਟ ਏ ਟਾਈਮ 'ਤੇ ਉਹਨੂੰ ਮਨਾ ਨਹੀਂ ਕਰ ਸਕਦਾ ਹੈਗਾ, ਕਿਉਂਕਿ ਆਪਾਂ ਜਨਰਲੀ ਸ਼ੌਪਸ 'ਤੇ ਦੇਖਦੇ ਹੈਗੇ ਹਾਂ ਵੀ ਹਰ ਇੱਕ ਬੰਦੇ ਨੂੰ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਕਸਟਮਰ ਜਿਹੜਾ ਆਉਂਦਾ ਹੈਗਾ ਉਹਨੂੰ ਉਹ ਸੈਟਿਸਫਾਈ ਕਰਕੇ ਤੋਰੇ। ਫਿਰ ਉਹਨੇ ਕੀ ਕੀਤਾ ਕਿ ਉਹ ਕਹਿੰਦਾ ਚਲੋ ਠੀਕ ਹੈ ਵੀ ਮੈਂ ਰੈਡੀ ਹਾਂ ਤੁਹਾਨੂੰ ਦੇਣ ਵਾਸਤੇ ਜੋ ਵੀ ਤੁਸੀਂ ਗੈਜਟ ਪਰਚੇਜ਼ ਕਰਨਾ ਹੈ, ਬਟ ਤੁਹਾਨੂੰ ਇੱਕ ਮਤਲਬ ਮੈਂ ਇੱਕ ਨੋਟ ਬਣਾਊਂਗਾ, ਤੁਹਾਨੂੰ ਉਹਦੇ 'ਤੇ ਸਾਈਨ ਕਰਨਾ ਪਊਗਾ। ਇੱਕ ਲੀਗਲ ਨੋਟ ਹੋਊਗਾ, ਕੋਰਟ ਵਿੱਚ ਉਹਦਾ ਐਵੀਡੈਂਸ ਹੋਊਗਾ ਕਿ ਉਸ 'ਤੇ ਤੁਹਾਡੇ ਸਾਈਨ ਹੋਣਗੇ, ਮੇਰੇ ਸਾਈਨ ਹੋਣਗੇ ਕਿ ਤੁਸੀਂ ਮੈਨੂੰ ਇੰਨੇ ਟਾਈਮ ਬਾਅਦ ਮੇਰੇ ਪੈਸੇ ਦੇ ਦੋਗੇ। ਅਗਰ ਤੁਸੀਂ ਨਹੀਂ ਦਿੰਦੇ ਹੈਗੇ ਤਾਂ ਫਿਰ ਉਹ ਜਿਹੜਾ ਐਵੀਡੈਂਸ ਬਣੂਗਾ ਉਹ ਕੋਰਟ ਦੇ ਵਿੱਚ ਵੈਲਿਡ ਹੋਊਗਾ, ਅਤੇ ਫਿਰ ਕੋਰਟ ਜਿਸ ਤਰ੍ਹਾਂ ਦਾ ਵੀ ਡਿਸੀਜ਼ਨ ਦਊਗੀ ਉਹ ਮੈਨੂੰ ਮਨਜ਼ੂਰ ਹੋਊਗਾ। ਤਾਂ ਉਹ ਕਹਿੰਦਾ ਚਲੋ ਠੀਕ ਹੈ, ਮੈਂ ਐਗਰੀ ਹੈਗਾ। ਤਾਂ ਉਹ ਜਿਹੜਾ ਨੋਟ ਪ੍ਰੀਪੇਅਰ ਕਰਕੇ ਦਊਗਾ ਬੰਦੇ ਨੂੰ ਉਹ ਹੁੰਦਾ ਬਿਲ ਆਫ ਐਕਸਚੇਂਜ। ਤਾਂ ਤੁਹਾਡੇ ਸਾਹਮਣੇ ਇਹ ਡੈਫੀਨੇਸ਼ਨ ਲਿਖੀ ਵੀ ਹੈਗੀ ਹੈ। ਬਿਲ ਆਫ ਐਕਸਚੇਂਜ ਇਜ਼ ਐਨ ਇੰਸਟਰੂਮੈਂਟ ਇਨ ਰਾਈਟਿੰਗ ਕੰਟੇਨਿੰਗ ਦ ਅਨਕੰਡੀਸ਼ਨਲ ਆਰਡਰ ਸਾਈਨਡ ਬਾਈ ਦ ਮੇਕਰ। ਜਿਵੇਂ ਜਿਹੜਾ ਕਿ ਬੰਦਾ ਸੈੱਲ ਕਰੂਗਾ ਮੇਕਰ ਹੁੰਦਾ, ਉਹ ਬਿਲ ਆਫ ਐਕਸਚੇਂਜ ਬਣਾਉਂਦਾ ਹੈਗਾ। ਡਾਇਰੈਕਟਿੰਗ ਅ ਸਰਟਨ ਪਰਸਨ ਟੂ ਪੇ ਅ ਸਰਟਨ ਸਮ ਆਫ ਮਨੀ, ਜਿਹੜੀ ਉਹਦੀ ਅਮਾਊਂਟ ਬਣਦੀ ਹੈਗੀ ਉਹਦੇ 'ਚ ਮੈਨਸ਼ਨ ਕੀਤੀ ਜਾਊਗੀ। ਓਨਲੀ ਟੂ ਦ ਆਰਡਰ ਆਫ ਅ ਸਰਟਨ ਪਰਸਨ ਔਰ ਟੂ ਦ ਬੀਰਰ ਆਫ ਦ ਇੰਸਟਰੂਮੈਂਟ, ਜਿਹਨੂੰ ਮਤਲਬ ਕਿ ਜਿਹਨੇ ਪੇਮੈਂਟ ਕਰਨੀ ਆ ਉਹਦੇ ਬਿਹਾਫ 'ਤੇ ਬਣੂਗਾ। Thus, a bill of exchange is an order from the creditor to the debtor to pay a specified amount to a person mentioned therein। ਤਾਂ ਬਿਲ ਆਫ ਐਕਸਚੇਂਜ ਦੇ ਵਿੱਚ ਕ੍ਰੈਡਿਟ ਅਤੇ ਡੈਟਰ ਬਾਰੇ ਮੈਂਸ਼ਨ ਕੀਤਾ ਜਾਊਗਾ, ਜਿਨ੍ਹਾਂ ਨੇ ਪੇਮੈਂਟ ਕਰਨੀ ਹੈਗੀ ਅਤੇ ਕਿੰਨੇ ਦੀ ਕਰਨੀ ਹੈ। ਇਹ ਹੁੰਦਾ ਆਪਣਾ ਬਿਲ ਆਫ ਐਕਸਚੇਂਜ। ਤਾਂ ਅੱਗੇ ਆਉਂਦਾ ਹੈਗਾ ਕਿ ਬਿਲ ਆਫ ਐਕਸਚੇਂਜ ਦੇ ਵਿੱਚ ਮੇਨਲੀ 3 ਪਾਰਟੀਜ਼ ਹੁੰਦੀਆਂ, ਡਰਾਅਰ, ਡਰਾਈ ਅਤੇ ਪੇਈ। ਹੁਣ ਆਪਾਂ ਪੜ੍ਹਦੇ ਹਾਂ ਵੀ ਕੀ ਹੁੰਦੀਆਂ ਹੈਗੀਆਂ। ਪਹਿਲਾਂ ਆਉਂਦਾ ਡਰਾਅਰ। ਡਰਾਅਰ ਕੌਣ ਹੁੰਦਾ, ਜਿਹੜਾ ਬਿੱਲ ਬਣਾ ਕੇ ਦੇ ਰਿਹਾ। ਜਿਵੇਂ ਕਿ ਆਪਾਂ ਐਗਜ਼ਾਮਪਲ ਲਈ ਸੀ, ਉਹਦੇ 'ਚ ਬਿੱਲ ਕੌਣ ਬਣਾ ਕੇ ਦੇ ਰਿਹਾ, ਸ਼ੌਪਕੀਪਰ ਬਣਾ ਕੇ ਦੇ ਰਿਹਾ, ਤਾਂ ਉਹਦੇ ਵਿੱਚ ਉਸ ਕੇਸ 'ਚ ਡਰਾਅਰ ਸ਼ੌਪਕੀਪਰ ਹੈ। ਡਰਾਈ ਕੀ ਹੁੰਦਾ, ਜਿਹੜੇ ਪਰਸਨ ਨੂੰ ਬਣਾ ਕੇ ਦੇ ਰਿਹਾ, ਜਿਹਨੇ ਪੇਮੈਂਟ ਕਰਨੀ ਹੈ। ਦ ਪਰਸਨ ਹੂ ਇਜ਼ ਡਾਇਰੈਕਟਡ ਟੂ ਪੇ ਇਜ਼ ਕਾਲਡ ਡਰਾਈ। ਜਿਹੜਾ ਉੱਥੇ ਕਸਟਮਰ ਪਰਚੇਜ਼ ਕਰਨ ਆਇਆ ਸੀ ਉਹਦੇ ਨਾਮ 'ਤੇ ਬਿੱਲ ਬਣੂਗਾ ਤਾਂ ਉਹ ਡਰਾਈ ਹੋ ਗਿਆ। ਪੇਈ ਕੀ ਹੁੰਦਾ, ਡਰਾਅਰ ਅਤੇ ਪੇਈ ਸੇਮ ਪਰਸਨ ਹੈ। ਦ ਪਰਸਨ ਹੂ ਵਿਲ ਰਿਸੀਵ ਦ ਮਨੀ, ਜਿਹੜਾ ਪਰਸਨ ਪੈਸੇ ਰਿਸੀਵ ਕਰੂਗਾ। ਸ਼ੌਪਕੀਪਰ ਹੀ ਡਰਾਅਰ ਹੈਗਾ ਅਤੇ ਸ਼ੌਪਕੀਪਰ ਹੀ ਇਸ ਕੇਸ ਦੇ ਵਿੱਚ ਪੇਈ ਬਣੂਗਾ। ਕਹਿਣ ਦਾ ਮਤਲਬ ਡਰਾਅਰ ਅਤੇ ਪੇਈ ਸੇਮ ਪਰਸਨ ਹੁੰਦੇ ਆ ਬਿਲ ਆਫ ਐਕਸਚੇਂਜ ਦੇ ਵਿੱਚ। ਫਿਰ ਆਪਣੇ ਕੋਲ ਆਉਂਦਾ ਹੈਗਾ ਅੱਗੇ, ਦ ਡਰਾਅਰ ਔਰ ਪੇਈ ਹੂ ਇਜ਼ ਇਨ ਪੋਜੈਸ਼ਨ ਆਫ ਦ ਬਿੱਲ ਇਜ਼ ਕੋਲਡ ਦ ਹੋਲਡਰ। ਜਿਹੜਾ ਡਰਾਅਰ ਅਤੇ ਪੇਈ ਹੈ, ਮੈਂ ਤੁਹਾਨੂੰ ਹੁਣੇ ਦੱਸਿਆ ਕਿ ਉਹ ਸੇਮ ਪਰਸਨ ਹੁੰਦੇ ਆ। ਬਿੱਲ ਉਹਨਾਂ ਕੋਲ ਹੈ ਤਾਂ ਉਹ ਕੀ ਹੈਗਾ, ਹੋਲਡਰ ਹੈਗਾ। ਇਟ ਇਜ਼ ਦ ਹੋਲਡਰਸ ਡਿਊਟੀ ਟੂ ਪ੍ਰਜੈਂਟ ਦ ਬਿੱਲ ਟੂ ਦ ਡਰਾਈ ਫॉर ਹਿਜ਼ ਅਸੈਪਟੈਂਸ। ਇਹ ਹੋਲਡਰ ਦੀ ਡਿਊਟੀ ਬਣ ਜਾਂਦੀ ਹੈ ਕਿ ਉਹ ਜਿਹੜਾ ਬਿੱਲ ਹੈ ਉਹ ਡਰਾਈ ਨੂੰ ਦੇਵੇ ਤਾਂ ਕਿ ਉਹਦੀ ਅਸੈਪਟੈਂਸ ਮਿਲ ਸਕੇ। ਜਦੋਂ ਡਰਾਈ ਉਹ ਬਿੱਲ ਨੂੰ ਸਾਈਨ ਕਰ ਦੂਗਾ, ਅਸੈਪਟ ਕਰ ਲੂਗਾ, ਤਾਂ ਉਹ ਕੀ ਬਣ ਜੂਗਾ, ਫਿਰ ਅਸੈਪਟਰ ਬਣ ਜੂਗਾ। ਆਈ ਹੋਪ ਇੱਥੋਂ ਤੱਕ ਤੁਹਾਨੂੰ ਕਲੀਅਰ ਹੋਊਗਾ। ਫਿਰ ਆਪਣੇ ਕੋਲ ਆਉਂਦਾ ਹੈਗਾ ਕਿ ਬਿਲਸ ਦੇ ਟਾਈਪਸ ਹੁੰਦੇ ਹੈਗੇ 2, ਉਹ ਆਪਾਂ ਪੜ੍ਹਾਂਗੇ। ਪਹਿਲਾਂ ਆਉਂਦਾ ਹੈਗਾ ਬਿਲ ਆਫ ਐਕਸਚੇਂਜ ਆਫਟਰ ਡੇਟ, ਫਿਰ ਆਉਂਦਾ ਬਿਲ ਆਫ ਐਕਸਚੇਂਜ ਆਫਟਰ ਸਾਈਟ। ਇਹ ਹੁੰਦਾ ਕੀ ਹੈ, ਬਿਲ ਆਫ ਐਕਸਚੇਂਜ ਆਫਟਰ ਡੇਟ। ਇਨ ਦਿਸ ਕੇਸ ਦ ਡਿਊ ਡੇਟ ਇਜ਼ ਕਾਊਂਟਡ ਫਰਮ ਦ ਡੇਟ ਆਫ ਡਰਾਇੰਗ ਐਂਡ ਇਜ਼ ਆਲਸੋ ਕਾਲਡ ਬਿਲ ਆਫਟਰ ਡੇਟ। ਇਹਦੇ ਵਿੱਚ ਕੀ ਹੁੰਦਾ, ਜਿਵੇਂ ਉੱਪਰ ਸ਼ੌਪਕੀਪਰ ਵਾਲਾ ਆਪਾਂ ਕੇਸ ਲਿਆ ਸੀਗਾ, ਉਹਦੇ ਵਿੱਚ ਜਦੋਂ ਬੰਦੇ ਨੇ ਪਰਚੇਜ਼ ਕਰਨ ਗਿਆ ਉਹਨੇ ਬਿੱਲ ਬਣਾ ਤਾ, ਤਾਂ ਉਸੇ ਡੇਟ ਤੋਂ ਹੀ ਇੱਕ ਤਾਂ ਬਿੱਲ ਜੇ ਕਾਊਂਟ ਹੋ ਰਿਹਾ ਵੀ ਇਸ ਤਰੀਕ ਤੋਂ ਹੀ ਉਹਨੇ ਕਾਊਂਟ ਕਰਨਾ ਸਟਾਰਟ ਕੀਤਾ,
ਵੀ ਅੱਜ ਤੋਂ ਉਹਦੀ ਪੇਮੈਂਟ ਦਾ ਟਾਈਮ ਸਟਾਰਟ ਹੋ ਗਿਆ, ਜੋ ਵੀ ਉਹਨੇ ਟਾਈਮ ਮੰਗਿਆ ਸੀਗਾ, ਤਾਂ ਉਹ ਹੋਊਗਾ ਬਿਲ ਆਫ ਐਕਸਚੇਂਜ ਆਫਟਰ ਡੇਟ। ਬਿਲ ਆਫ ਐਕਸਚੇਂਜ ਆਫਟਰ ਸਾਈਟ ਕੀ ਹੁੰਦਾ ਹੈਗਾ, ਜਦੋਂ ਜਿਹੜਾ ਡਰੋਈ ਆ ਉਹ ਐਕਸੈਪਟ ਕਰੂਗਾ ਬਿੱਲ ਨੂੰ, ਜਦੋਂ ਉਹ ਸਾਈਨ ਕਰੂਗਾ ਉਸ ਟਾਈਮ 'ਤੇ ਤਾਂ ਉਹ ਉੱਥੇ ਮੌਜੂਦ ਸੀਗਾ। ਕਈ ਵਾਰ ਕੀ ਹੁੰਦਾ ਕਿ ਆਪਣੇ ਕੋਲੇ ਪਰਸਨ ਉਹ ਕੈਰੈਕਟਰ ਨਹੀਂ ਹੈਗਾ, ਤਾਂ ਆਪਾਂ ਉਹਨੂੰ ਕੀ ਕੀਤਾ ਹੈਗਾ ਬਿਲ ਆਫ ਐਕਸਚੇਂਜ ਬਣਾ ਕੇ ਬਾਈ ਪੋਸਟ ਜਾਂ ਕਿਵੇਂ ਨਾ ਕਿਵੇਂ ਉਹਦੇ ਘਰੇ ਪਹੁੰਚਾਇਆ, ਉਹਨੂੰ ਪਕੜਾਇਆ, ਤਾਂ ਉਹਨੇ ਜਦੋਂ ਐਕਸੈਪਟ ਕਰੂਗਾ ਸਾਈਨ ਕਰੂਗਾ ਉਦੋਂ ਉਹ ਬਿੱਲ ਮੰਨਿਆ ਜਾਊਗਾ, ਤਾਂ ਉਹਨੂੰ ਆਪਾਂ ਕਹਾਂਗੇ ਬਿਲ ਆਫ ਐਕਸਚੇਂਜ ਆਫਟਰ ਸਾਈਟ। ਫਿਰ ਆਪਣੇ ਕੋਲੇ ਕੁਝ ਬੇਸਿਕ ਟਰਮਸ ਆ ਜਾਂਦੀਆਂ ਬਿਲ ਆਫ ਐਕਸਚੇਂਜ ਦੇ ਵਿੱਚ। ਪਹਿਲਾਂ ਆਉਂਦਾ ਡੇਜ਼ ਆਫ ਗ੍ਰੇਸ। ਡੇਜ਼ ਆਫ ਗ੍ਰੇਸ ਕੀ ਹੁੰਦੀਆਂ ਹੈਗੇ, ਬਿਲ ਆਫ ਐਕਸਚੇਂਜ ਦੇ ਵਿੱਚ 3 ਡੇਜ਼ ਐਕਸਟਰਾ ਦਿੱਤੇ ਜਾਂਦੇ ਹੈਗੇ ਜਦੋਂ ਪੇਮੈਂਟ ਹੋਣੀ ਹੁੰਦੀ ਹੈ। ਸਪੋਜ਼ ਕਰੋ ਕਿ ਜਿਵੇਂ ਅੱਜ ਹੈਗੀ 24 ਸੈਪਟੈਂਬਰ, ਤਾਂ ਬੰਦੇ ਨੇ ਕਿਹਾ ਕਿ ਮੈਂ ਤੁਹਾਨੂੰ 24 ਅਕਤੂਬਰ ਨੂੰ ਪੈਸੇ ਦੇ ਦੂੰਗਾ, ਉਹਨੇ 1 ਮਹੀਨੇ ਦਾ ਟਾਈਮ ਮੰਗਿਆ, ਤਾਂ 1 ਮਹੀਨੇ ਦੇ ਵਿੱਚ 24 ਸੈਪਟੈਂਬਰ ਤੋਂ 24 ਅਕਤੂਬਰ ਤਾਂ ਬਣੂਗਾ, ਪਲੱਸ 3 ਡੇਜ਼ ਐਕਸਟਰਾ ਜਿਹੜੇ ਡੇਜ਼ ਆਫ ਗ੍ਰੇਸ ਜਿਹਨੂੰ ਆਪਾਂ ਕਹਿੰਦੇ ਹਾਂ। 24 + 3 27, ਤਾਂ 27 ਡੇਜ਼ ਉਹਦੇ ਜਿਹੜਾ ਬੰਨਿਆ ਜਾਊਗਾ ਉਹ ਹੋਊਗੀ ਡੇਟ ਆਫ ਮੈਚੋਰਿਟੀ। ਉਹਨੂੰ 3 ਡੇਜ਼ ਐਕਸਟਰਾ ਦਿੱਤੇ ਜਾਣਗੇ, ਉਹ ਹੁੰਦੇ ਡੇਜ਼ ਆਫ ਗ੍ਰੇਸ। ਡੇਟ ਆਫ ਮੈਚੋਰਿਟੀ ਕੀ ਹੁੰਦਾ ਹੈ, ਡਿਊ ਡੇਟ ਇਜ਼ ਦ ਡੇਟ ਔਨ ਵਿਚ ਦ ਪੇਮੈਂਟ ਆਫ ਦ ਬਿਲ ਇਜ਼ ਡਿਊ। ਜਿਸ ਦਿਨ ਪੇਮੈਂਟ ਡਿਊ ਹੋਣੀ ਹੈਗੀ ਉਹਨੂੰ ਆਪਾਂ ਮੈਚੋਰਿਟੀ ਡੇਟ ਕਹਿੰਦੇ ਹੈਗੇ ਆ। ਇਹ ਗ੍ਰੇਸ ਡੇਟਸ ਜਿਹੜੇ ਹੁੰਦੇ ਹੈਗੇ ਉਹਨੂੰ ਐਡ ਕਰਕੇ ਡੇਟ ਆਫ ਮੈਚੋਰਿਟੀ ਬਣਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ 24 ਸੈਪਟੈਂਬਰ ਤੋਂ 24 ਅਕਤੂਬਰ 1 ਮਹੀਨਾ ਹੋ ਗਿਆ, ਪਲੱਸ 3 ਡੇਜ਼ ਕਿੰਨਾ ਹੋ ਗਿਆ 25 26 27 27 ਅਕਤੂਬਰ ਕੀ ਬਣੂਗੀ ਡੇਟ ਆਫ ਮੈਚੋਰਿਟੀ ਬਣੂਗੀ। ਫਿਰ ਆਉਂਦਾ ਡਿਸਓਨਰ ਆਫ ਅ ਬਿਲ। ਡਿਸਓਨਰ ਆਫ ਬਿਲ ਕੀ ਹੁੰਦਾ, ਦੈਟ ਮੀਨ ਇਜ਼ ਅ ਬਿਲ ਨਾਟ ਪੇਡ ਬਾਈ ਦ ਡਰਾਈ ਔਨ ਇਟਸ ਡਿਊ ਡੇਟ। ਜਦੋਂ ਜਿਹੜਾ ਡਰਾਈ ਹੈ ਉਹ ਬਿੱਲ ਪੇ ਨਹੀਂ ਕਰਦਾ ਡਿਊ ਡੇਟ 'ਤੇ, ਮੈਚੋਰਿਟੀ ਡੇਟ 'ਤੇ ਬਿੱਲ ਦੀ ਪੇਮੈਂਟ ਨਹੀਂ ਕਰ ਪਾਉਂਦਾ, ਤਾਂ ਬਿੱਲ ਇਸ ਕਰਕੇ ਡਿਸਓਨਰ ਹੋ ਗਿਆ, ਤਾਂ ਉਹਨੂੰ ਆਪਾਂ ਕੀ ਕਹਾਂਗੇ ਡਿਸਓਨਰ ਆਫ ਅ ਬਿੱਲ। ਜਾਂ ਉਹਨੇ ਪੇਮੈਂਟ ਕਰਨ ਤੋਂ ਮਨਾ ਕਰਤਾ, ਕਿਵੇਂ ਵੀ ਕੋਈ ਕਾਰਨ ਹੋ ਸਕਦਾ ਹੈਗਾ ਵੀ ਉਹਨੇ ਕਿਹਾ ਮੇਰੇ ਕੋਲ ਹਜੇ ਪੈਸੇ ਨਹੀਂ ਬਣੇ ਜਾਂ ਕੁਝ ਹੋਰ ਕਾਰਨ ਹੈ, ਉਸ ਕੇਸ ਦੇ ਵਿੱਚ ਕੀ ਹੋ ਜਾਂਦਾ ਬਿੱਲ ਡਿਸਓਨਰ ਹੋ ਜਾਂਦਾ ਹੈਗਾ। ਫਿਰ ਆਪਣੇ ਕੋਲ ਆਉਂਦਾ ਹੈਗਾ ਐਂਡੋਰਸਮੈਂਟ ਆਫ ਅ ਬਿੱਲ। ਐਂਡੋਰਸਮੈਂਟ ਬੇਸਿਕਲੀ ਟਰਾਂਸਫਰ ਹੁੰਦਾ ਬਿੱਲ ਆਫ ਐਕਸਚੇਂਜ ਜਾਂ ਪ੍ਰੋਮਿਸਰੀ ਨੋਟ ਦਾ ਕਿਸੇ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ। ਇਹਦੇ ਵਿੱਚ ਜਿਵੇਂ ਕਿ ਲਿਖਿਆ ਹੋਇਆ, ਦ ਪਰਸਨ ਰਿਸੀਵਿੰਗ ਦ ਬਿਲ ਆਫ ਐਕਸਚੇਂਜ ਔਰ ਪ੍ਰੋਮਿਸਰੀ ਨੋਟ ਬਿਕਮਸ ਆਥੋਰਾਈਜ਼ਡ ਟੂ ਰਿਸੀਵ ਦ ਪੇਮੈਂਟ। ਜਿਹਨੂੰ ਆਪਾਂ ਐਕਸਚੇਂਜ ਕਰਾਂਗੇ, ਜਿਹਨੂੰ ਆਪਾਂ ਦੇ ਰਹੇ ਹਾਂ, ਤਾਂ ਉਹ ਪਰਸਨ ਕੀ ਆਥੋਰਾਈਜ਼ਡ ਹੋ ਜਾਂਦਾ ਪੇਮੈਂਟ ਰਿਸੀਵ ਕਰਨ 'ਤੇ। ਮਤਲਬ ਕਿ ਤੁਸੀਂ ਕੇਸ ਲਗਾ ਲਓ A B C 3 ਪਰਸਨ ਸੀਗੇ, A ਨੇ B ਤੋਂ ਪੈਸੇ ਲੈਣੇ ਸੀਗੇ, ਅਤੇ A ਨੇ B ਤੋਂ ਪੈਸੇ ਲੈਣੇ ਸੀ ਅਤੇ ਉਹਨੇ C ਨੂੰ ਦੇਣੇ ਸੀ, A ਨੇ C ਨੂੰ ਦੇਣੇ ਸੀ, ਤਾਂ A ਨੇ ਸਿੱਧਾ C ਨੂੰ ਕੀ ਕਹਿ ਤਾ ਵੀ ਆਹ ਮੇਰਾ ਬਿੱਲ ਆਫ ਐਕਸਚੇਂਜ ਬਣਿਆ ਹੋਇਆ ਸੀਗਾ, ਉਹਨੇ ਸਿੱਧਾ C ਨੂੰ ਕਹਿ ਤਾ ਵੀ ਤੂੰ ਆਹ ਲੈ ਲਾ ਅਤੇ ਤੂੰ ਸਿੱਧਾ B ਪਰਸਨ ਹੈਗਾ ਉਹ ਤੋਂ ਤੂੰ ਡਾਇਰੈਕਟ ਪੇਮੈਂਟ ਫੜ ਲਈ। ਬਟ B ਨੇ ਕੀ ਕਿਹਾ, ਉਹ ਕਹਿੰਦਾ ਵੀ ਮੈਂ ਤਾਂ A ਨੂੰ ਜਾਣਦਾ, ਮੈਂ ਤਾਂ C ਨੂੰ ਜਾਣਦਾ ਨਹੀਂ ਹੈਗਾ, ਵੀ ਤੂੰ ਕੌਣ ਹੈ। ਤਾਂ ਬਟ ਉਸ ਕੇਸ ਦੇ ਵਿੱਚ C ਨੇ ਕੀ ਕੀਤਾ, ਬਿੱਲ ਆਫ ਐਕਸਚੇਂਜ ਸੀਗਾ ਉਹਨੇ ਉਹ ਸ਼ੋਅ ਕੀਤਾ ਵੀ ਮੈਨੂੰ ਤਾਂ ਆਹ ਮਿਲਿਆ। ਉਹਨੇ ਜਦੋਂ ਦੇਖਿਆ ਵੀ ਠੀਕ ਹੈ ਇਹਦੇ ਵਿੱਚ ਮੈਂਸ਼ਨ ਸੀਗਾ, ਉਹਨੇ ਦੱਸਿਆ ਹੋਇਆ ਸੀਗਾ, ਉਹਨੇ ਉਹਨੂੰ ਕੋਂਟੈਕਟ ਕੀਤਾ, ਤਾਂ A ਨੇ ਕਿਹਾ ਵੀ ਹਾਂ ਉਹ ਮੈਂ ਉਹਨੂੰ ਪੇਮੈਂਟ ਲੈਣ ਲਈ ਕਿਹਾ ਹੈਗਾ, ਤਾਂ ਤੂੰ ਉਹਨੂੰ ਸਿੱਧਾ ਡਾਇਰੈਕਟ ਟਰਾਂਸਫਰ ਕਰ ਦੇ। ਤਾਂ ਉਸ ਕੇਸ ਦੇ ਵਿੱਚ ਕੀ ਕਹਾਂਗੇ ਆਪਾਂ ਐਂਡੋਰਸਮੈਂਟ ਆਫ ਬਿੱਲ। ਇਸ ਦੇ ਵਿੱਚ ਕੀ ਹੁੰਦਾ ਹੈਗਾ, ਪ੍ਰੋਮਿਸਰੀ ਨੋਟ ਇਨ ਅ ਫੇਵਰ ਆਫ ਅਦਰ ਪਰਸਨ ਇਜ਼ ਕਾਲਡ ਐਂਡੋਰਸਰ। ਜਿਹਦੇ ਫੇਵਰ ਦੇ ਬਿਹਾਫ 'ਤੇ ਆਪਾਂ ਨੂੰ ਐਂਡੋਰਸ ਕੀਤਾ ਬਿੱਲ, ਉਹ ਕੀ ਹੁੰਦਾ ਐਂਡੋਰਸਰ ਹੁੰਦਾ ਹੈਗਾ। ਅਤੇ ਦ ਪਰਸਨ ਟੂ ਹੂਮ ਦ ਬਿੱਲ ਆਫ ਐਕਸਚੇਂਜ ਔਰ ਪ੍ਰੋਮਿਸਰੀ ਨੋਟ ਇਜ਼ ਐਂਡੋਰਸਡ, ਜਿਹਦੇ ਬਿਹਾਫ 'ਤੇ ਆਪਾਂ ਕੀਤਾ ਹੈਗਾ ਉਹ ਕੀ ਹੁੰਦਾ ਐਂਡੋਰਸੀ ਹੁੰਦਾ ਹੈਗਾ। ਆਈ ਹੋਪ ਇਹ ਵੀ ਕਲੀਅਰ ਹੋਏਗਾ ਤੁਹਾਨੂੰ। ਫਿਰ ਆਪਣੇ ਕੋਲ ਆਉਂਦਾ ਹੈਗਾ ਨੋਟਿੰਗ, ਜਿਹਨੂੰ ਆਪਾਂ ਨੋਟਿੰਗ ਚਾਰਜਿਸ ਵੀ ਕਹਿੰਦੇ ਹਾਂ। ਹੁਣ ਆਪਾਂ ਪਿੱਛੇ ਕੀਤਾ ਸੀਗਾ ਡਿਸਓਨਰ ਹੋ ਜਾਂਦਾ ਜਦੋਂ ਬਿੱਲ ਕੀ ਡਰਾਈ ਨੇ ਕਿਸੇ ਗੱਲ ਤੋਂ ਮਨਾ ਕਰਤਾ, ਮੇਰੇ ਕੋਲ ਹਜੇ ਪੈਸੇ ਨਹੀਂ ਬਣੇ ਜਾਂ ਕਿਵੇਂ ਵੀ ਕਰਕੇ ਉਹਨੇ ਬਿੱਲ ਨਹੀਂ ਪੇਮੈਂਟ ਦੀ ਕਰ ਪਾਇਆ, ਤਾਂ ਨੋਟਿੰਗ ਚਾਰਜਿਸ ਲੱਗਦੇ ਆ ਉਸ ਚੀਜ਼ 'ਤੇ। ਨੋਟਿੰਗ ਚਾਰਜਿਸ ਕਿਵੇਂ, ਹੁਣ ਜਦੋਂ ਬੰਦੇ ਨੇ ਰਿਫਿਊਜ਼ ਹੀ ਕਰਤਾ ਆਪਾਂ ਨੂੰ ਪੇਮੈਂਟ ਕਰਨ ਤੋਂ, ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ, ਵੀ ਹੈਵ ਟੂ ਪ੍ਰੀਪੇਅਰ ਦ ਬਿੱਲ ਆਫ ਐਕਸਚੇਂਜ ਅਗੇਨ। ਸੋ ਉਹਦੇ ਲਈ ਲੀਗਲੀ ਆਪਾਂ ਨੂੰ ਕੁਝ ਫਿਰ ਸਾਰੇ ਡਾਕੂਮੈਂਟਸ ਵਗੈਰਾ ਪ੍ਰੀਪੇਅਰ ਕਰਨੇ ਪੈਣਗੇ। ਤਾਂ ਉਸ ਕੇਸ ਦੇ ਵਿੱਚ ਜਿਹੜੇ ਚਾਰਜਿਸ ਵਗੈਰਾ ਪੈਂਦੇ ਹੁੰਦੇ ਆ ਲੀਗਲੀ ਨੋਟਰੀ ਪਬਲਿਕ ਤੋਂ ਜਾਂ ਹੋਰ ਜੋ ਵੀ ਐਵੀਡੈਂਸਿਸ ਵਗੈਰਾ ਦੁਬਾਰਾ ਬਣਦੇ ਆ, ਉਹ ਸਾਰੀ ਪੇਮੈਂਟ ਜਿਹੜੀ ਹੁੰਦੀ ਹੈਗੀ ਆ ਉਹਨੂੰ ਆਪਾਂ ਨੋਟਿੰਗ ਚਾਰਜਿਸ ਕਹਿੰਦੇ ਹੈਗੇ ਆ। ਉਹਦੀ ਡੈਫੀਨੇਸ਼ਨ ਤੁਹਾਡੇ ਸਾਹਮਣੇ ਆ ਰਹੀ ਹੈਗੀ, ਤੁਸੀਂ ਇਹਨੂੰ ਰੀਡ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਆਪਣੇ ਕੋਲ ਸਪੈਸੀਮੈਨ ਆਉਂਦਾ ਹੈਗਾ ਬਿੱਲ ਆਫ ਐਕਸਚੇਂਜ ਦਾ। ਤੁਸੀਂ ਇਹਨੂੰ ਵੇਖ ਲਓ ਕਿਵੇਂ ਬਣਿਆ ਹੋਇਆ। ਪਹਿਲਾਂ ਉੱਪਰ ਰੁਪੀਜ਼ ਮੈਂਸ਼ਨ ਕੀਤਾ, ਫਿਰ ਪਲੇਸ ਡੇਟ, ਤਾਂ ਫਿਰ ਉਹਨੇ ਲਿਖਿਆ ਹੋਇਆ 3 months ਆਫਟਰ ਡੇਟ ਪੇ ਟੂ ਰਾਮ ਔਰ ਆਰਡਰ ਦ ਸਮ ਆਫ ₹500 ਵੈਲਿਊ ਰਿਸੀਵਡ। ਤਾਂ ਇਹ ਸੀਗਾ ਸਪੈਸੀਮੈਨ ਬਿੱਲ ਆਫ ਐਕਸਚੇਂਜ ਦਾ।
ਫਿਰ ਆਪਣੇ ਕੋਲੇ ਅਕਾਊਂਟਿੰਗ ਐਂਟਰੀਜ਼ ਆ ਜਾਂਦੀਆਂ ਹੈਗੀਆਂ ਬਿਲ ਆਫ ਐਕਸਚੇਂਜ ਦੀਆਂ। ਪਹਿਲਾਂ ਜਿਹੜਾ ਡਰਾਅਰ ਆ ਉਹਦੀ ਬੁੱਕਸ ਦੇ ਵਿੱਚ ਕੀ ਐਂਟਰੀ ਕਰੂਗਾ ਬਿਲ ਆਫ ਐਕਸਚੇਂਜ ਨੂੰ ਲੈ ਕੇ, ਜਦੋਂ ਉਹਨੇ ਗੁੱਡਸ ਵਗੈਰਾ ਸੈਲ ਕੀਤੀਆਂ ਹੈਗੀਆਂ। ਡਰਾਈ ਅਕਾਊਂਟ ਟੂ ਸੇਲਸ ਅਕਾਊਂਟ, ਫਿਰ ਬੀਅਰ ਅਕਾਊਂਟ ਟੂ ਡਰਾਈ ਅਕਾਊਂਟ, ਫਿਰ ਕੈਸ਼ ਅਕਾਊਂਟ ਟੂ ਬੀਅਰ ਅਕਾਊਂਟ। ਇਹ 3 ਐਂਟਰੀਜ਼ ਕਰੂਗਾ ਡਰਾਅਰ ਆਪਣੀ ਬੁੱਕਸ ਦੇ ਵਿੱਚ। ਫਿਰ ਆਪਣੇ ਕੋਲੇ ਆਉਂਦਾ ਡਰਾਈ, ਉਹ ਆਪਦੀ ਬੁੱਕਸ ਦੇ ਵਿੱਚ ਐਂਟਰੀਜ਼ ਕਰੂਗਾ ਪਰਚੇਜ਼ ਅਕਾਊਂਟ ਟੂ ਡਰਾਇਰ ਅਕਾਊਂਟ, ਡਰਾਇਰ ਅਕਾਊਂਟ ਟੂ ਬਿਲਸ ਪੇਬਲ ਅਕਾਊਂਟ, ਬਿਲਸ ਪੇਬਲ ਅਕਾਊਂਟ ਟੂ ਕੈਸ਼ ਅਕਾਊਂਟ। ਇਹ 3 ਐਂਟਰੀਜ਼ ਡਰਾਈ ਦੀ ਬੁੱਕਸ ਦੇ ਵਿੱਚ ਹੋਣਗੀਆਂ। ਫਿਰ ਨੈਕਸਟ ਆਪਣੇ ਕੋਲ ਆਉਂਦਾ ਹੈਗਾ ਪ੍ਰੋਮਿਸਰੀ ਨੋਟ। ਜਿਵੇਂ ਆਪਾਂ ਉੱਪਰ ਕੀਤਾ ਹੈਗਾ ਬਿਲ ਆਫ ਐਕਸਚੇਂਜ। ਪ੍ਰੋਮਿਸਰੀ ਨੋਟ ਕੀ ਹੁੰਦਾ ਹੈਗਾ? ਇਟ ਇਜ਼ ਅ ਨੋਟ ਇਜ਼ ਐਨ ਇੰਸਟਰੂਮੈਂਟ ਇਨ ਰਾਈਟਿੰਗ। ਇਹ ਵੀ ਰਾਈਟਿੰਗ ਦੇ ਵਿੱਚ ਹੁੰਦਾ ਹੈਗਾ, ਬਿਲ ਆਫ ਐਕਸਚੇਂਜ ਵੀ ਰਾਈਟਿੰਗ ਦੇ ਵਿੱਚ ਹੁੰਦਾ। ਇਹਦੇ ਵਿੱਚ ਕੀ ਹੁੰਦਾ ਹੈਗਾ, ਜਿਹੜਾ ਬਿਲ ਆਫ ਐਕਸਚੇਂਜ ਸੀਗਾ ਡਰਾਅਰ ਬਣਾਉਂਦਾ, ਜਿਹੜਾ ਬੰਦਾ ਗੁੱਡਸ ਸੈਲ ਕਰ ਰਿਹਾ ਉਹ ਬਣਾਉਂਦਾ ਹੈਗਾ। ਬਟ ਪ੍ਰੋਮਿਸਰੀ ਨੋਟ ਦੇ ਵਿੱਚ ਜਿਹਨੇ ਪੇਮੈਂਟ ਕਰਨੀ ਹੈ ਉਹ ਬੰਦਾ ਪ੍ਰੋਮਿਸਰੀ ਨੋਟ ਬਣਾਊਗਾ। ਮਤਲਬ ਕਿ ਜਿਹੜੇ ਬੰਦੇ ਨੇ ਪੇਮੈਂਟ ਕਰਨੀ ਹੈ ਕਿਸੇ ਹੋਰ ਨੂੰ, ਉਹ ਬੰਦਾ ਉਹਨੂੰ ਉਹਦੇ ਕੋਲ ਬਣਾ ਕੇ ਲੈ ਕੇ ਜਾਊਗਾ ਕਿ ਆਹ ਮੇਰਾ ਪ੍ਰੋਮਿਸਰੀ ਨੋਟ ਹੈ, ਮੈਂ ਤੈਨੂੰ ਪ੍ਰੋਮਿਸ ਕਰਦਾ, ਮੈਂ ਤੈਨੂੰ ਆਪਦੇ ਜਿਹੜੇ ਪੈਸੇ ਮੇਰੇ ਰਹਿੰਦੇ ਤੈਨੂੰ ਦੇਣ ਵਾਲੇ ਉਹ ਮੈਂ ਤੈਨੂੰ ਪ੍ਰੋਮਿਸ ਕਰਦਾ ਮੈਂ ਪੇ ਕਰੂੰਗਾ। ਸੋ ਪ੍ਰੋਮਿਸਰੀ ਨੋਟ ਦੇ ਵਿੱਚ ਬੇਸਿਕਲੀ ਸਿਰਫ 2 ਹੀ ਪਾਰਟੀਜ਼ ਹੁੰਦੀਆਂ, ਦ ਮੇਕਰ ਔਰ ਡਰਾਅਰ, ਦ ਪੇ। ਮੇਕਰ ਕਿਹੜਾ ਹੋ ਗਿਆ? ਜਿਹੜਾ ਬੰਦਾ ਪ੍ਰੋਮਿਸਰੀ ਨੋਟ ਬਣਾ ਕੇ ਦੇ ਰਿਹਾ, ਪ੍ਰੋਮਿਸ ਕਰ ਰਿਹਾ ਆਪਦੀ ਅਮਾਊਂਟ ਲਿਖ ਕੇ ਵੀ ਮੈਂ ਇੰਨਾ ਅਮਾਊਂਟ ਤੈਨੂੰ ਪ੍ਰੋਮਿਸ ਕਰਦਾ ਪੇ ਕਰਨ ਦੀ। ਪੇ ਕੌਣ ਹੋ ਗਿਆ? ਜਿਹਨੂੰ ਪੇ ਕਰਨਾ ਹੈਗਾ। ਬਿਲ ਆਫ ਐਕਸਚੇਂਜ ਦੇ ਵਿੱਚ 3 ਪਾਰਟੀਜ਼ ਹੁੰਦੀਆਂ ਸੀ, ਪ੍ਰੋਮਿਸਰੀ ਨੋਟ ਦੇ ਵਿੱਚ 2 ਪਾਰਟੀਜ਼ ਹੁੰਦੀਆਂ ਹੈਗੀਆਂ। ਫਿਰ ਇਹ ਤੁਹਾਡੇ ਸਾਹਮਣੇ ਸਪੈਸੀਮੈਨ ਹੈਗਾ ਪ੍ਰੋਮਿਸਰੀ ਨੋਟ ਦਾ। ਪਹਿਲਾਂ ਆਪਣੇ ਕੋਲੇ ਅਮਾਊਂਟ ਲਿਖੀ ਵੀ ਹੈ, ਫਿਰ ਰਾਈਟ ਹੈਂਡ ਸਾਈਡ 'ਤੇ ਪਲੇਸ ਤੇ ਡੇਟ, ਫਿਰ ਉਹਨੇ ਲਿਖਿਆ ਹੋਇਆ ਔਨ ਅ ਡਿਮਾਂਡ ਆਈ ਪ੍ਰੋਮਿਸ ਟੂ ਪੇ ABC the sum of 5,000 rupees XYZ, same as second specimen. So now the difference between promissory note and bill of exchange, ਇਹ ਕੁਛ points ਨੇ, let us discuss that. ਪਹਿਲਾਂ ਆਉਂਦਾ ਹੈਗਾ ਵੀ ਤੁਹਾਨੂੰ ਮੈਂ ਹੁਣੀ ਦੱਸਿਆ ਵੀ ਪ੍ਰੋਮਿਸਰੀ ਨੋਟ ਦੇ ਵਿੱਚ 2 ਪਾਰਟੀਜ਼ ਹੁੰਦੀਆਂ ਹੈਗੀਆਂ, ਮੇਕਰ ਤੇ ਪੇਈ। ਬਿਲ ਆਫ ਐਕਸਚੇਂਜ ਦੇ ਵਿੱਚ 3 ਹੁੰਦੀਆਂ ਸੀ, ਡਰਾਅਰ, ਡਰਾਈ ਤੇ ਪੇਈ। ਪ੍ਰੋਮਿਸਰੀ ਨੋਟ ਦੇ ਵਿੱਚ ਜਿਹੜਾ ਮੇਕਰ ਹੁੰਦਾ ਉਹ ਪੇਈ ਨਹੀਂ ਹੁੰਦਾ, ਬਟ ਡਰਾਅਰ ਐਂਡ ਪੇਈ ਮੇ ਬੀ ਵਨ ਇਨ ਦੀ ਬਿਲ ਆਫ ਐਕਸਚੇਂਜ। ਪ੍ਰੋਮਿਸਰੀ ਨੋਟ ਦੇ ਵਿੱਚ ਕੀ ਹੁੰਦਾ ਹੈਗਾ? ਉਹਦੇ ਵਿੱਚ ਪ੍ਰੋਮਿਸ ਹੁੰਦਾ ਪੇਮੈਂਟ ਦਾ, ਵੀ ਮੈਂ ਤੈਨੂੰ ਵਾਅਦਾ ਕਰਦਾ ਮੈਂ ਤੁਹਾਨੂੰ ਪੇਮੈਂਟ ਦਊਂਗਾ। ਬਟ ਇਨ ਦ ਬਿਲ ਆਫ ਐਕਸਚੇਂਜ ਦਿਸ ਇਜ਼ ਨਾਟ ਅ ਪ੍ਰੋਮਿਸ, ਦਿਸ ਇਜ਼ ਐਨ ਆਰਡਰ ਬਾਏ ਦ ਡਰਾਅਰ ਟੂ ਡਰਾਈ ਕਿ ਉਹਨੂੰ ਪੇਮੈਂਟ ਕਰਨੀ ਹੀ ਪਊਗੀ, ਅਦਰਵਾਈਜ਼ ਫਿਰ ਉਹ ਕੋਰਟ ਦੇ ਵਿੱਚ ਆਪਦਾ ਕੇਸ ਪਰਸਿਊ ਕਰਨਗੇ। ਫਿਰ ਉਸ ਤੋਂ ਬਾਅਦ ਆਉਂਦਾ ਹੈਗਾ ਉਹਦੀ ਅਸੈਪਟੈਂਸ ਕਿੱਦਾਂ ਹੁੰਦੀ ਹੈ ਪ੍ਰੋਮਿਸਰੀ ਨੋਟ ਦੀ। ਇਹਦੇ ਵਿੱਚ ਕੋਈ ਅਸੈਪਟੈਂਸ ਨਹੀਂ ਰਿਕੁਆਇਰ ਹੁੰਦੀ, ਕਿਉਂਕਿ ਇਹਦੇ ਵਿੱਚ ਕੀ ਹੁੰਦਾ, ਜਿਹੜਾ ਪਰਸਨ ਸਾਈਨ ਕਰਦਾ ਉਹੀ ਲਾਇਬਲ ਹੁੰਦਾ ਪੇ ਕਰਨ ਲਈ, ਕਿਉਂਕਿ ਮੇਕਰ ਇਹਨੂੰ ਬਣਾਉਂਦਾ ਹੈਗਾ। ਬਟ ਬਿਲ ਆਫ ਐਕਸਚੇਂਜ ਦੇ ਵਿੱਚ ਕੀ ਹੁੰਦਾ ਹੈਗਾ, ਜਿਹੜਾ ਡਰਾਇਰ ਹੁੰਦਾ ਉਹ ਕੀ ਹੁੰਦਾ is creditor, so it must be accepted by the drawee before presenting to the payment. ਉਹ ਕੀ ਕਹਿੰਦਾ, ਇਹਦੇ ਵਿੱਚ ਪਹਿਲਾਂ ਅਸੈਪਟੈਂਸ ਹੁੰਦੀ ਹੈਗੀ ਹੈ, ਜਦੋਂ ਡਰਾਈ ਅਸੈਪਟ ਕਰ ਲੈਂਦਾ ਉਹ ਪ੍ਰੋਪਰ ਬਿਲ ਆਫ ਐਕਸਚੇਂਜ ਫਿਰ ਤਿਆਰ ਹੁੰਦਾ। ਫਿਰ ਆਉਂਦੀ ਹੈ ਨੇਚਰ ਆਫ ਲਾਇਬਿਲਿਟੀ। ਪ੍ਰੋਮਿਸਰੀ ਨੋਟ ਵਿੱਚ ਜਿਹੜੀ ਦ ਲਾਇਬਿਲਿਟੀ ਆਫ ਮੇਕਰ ਦੀ ਹੈਗੀ ਹੈ ਉਹ ਕੀ ਹੁੰਦੀ ਹੈ, ਪ੍ਰਾਇਮਰੀ ਅਤੇ ਐਬਸੋਲੂਟ ਹੁੰਦੀ ਹੈ, ਜਿਹੜਾ ਬਣਾ ਰਿਹਾ ਉਹਦੀ ਲਾਇਬਿਲਿਟੀ ਹੁੰਦੀ ਹੈ। ਬਟ ਡਰਾਅਰ ਦੀ ਕੀ ਹੁੰਦੀ ਹੈ, ਇਹਦੇ ਵਿੱਚ ਪ੍ਰਾਇਮਰੀ ਸੈਕੰਡਰੀ ਹੋ ਜਾਂਦੀ ਹੈ, ਕਿਉਂਕਿ ਪਹਿਲੀ ਲਾਇਬਿਲਿਟੀ ਕਿਹਦੀ ਹੁੰਦੀ ਹੈ, ਉਹਦੀ ਡਰਾਈ ਦੀ ਹੁੰਦੀ ਹੈ। ਫਿਰ ਨੋਟਿਸ ਆਫ ਡਿਸਓਨਰ, ਇਹਦੇ ਵਿੱਚ ਪ੍ਰੋਮਿਸਰੀ ਨੋਟ ਦੇ ਵਿੱਚ ਕੋਈ ਨੋਟਿਸ ਨਹੀਂ ਹੁੰਦਾ ਹੈਗਾ ਜ਼ਰੂਰੀ ਵੀ ਮੇਕਰ ਬਣਾ ਕੇ ਦਊਗਾ। ਬਟ ਬਿਲ ਆਫ ਐਕਸਚੇਂਜ ਦੇ ਵਿੱਚ ਕੀ ਹੁੰਦਾ ਹੈਗਾ, ਨੋਟਿਸ ਆਫ ਡਿਸਓਨਰ ਮਸਟ ਬੀ ਗਿਵਨ ਬਾਏ ਦ ਹੋਲਡਰ। ਜਿਹੜਾ ਹੋਲਡਰ ਹੈ ਉਹ ਡਿਸਓਨਰ ਦਾ ਨੋਟਿਸ ਹੈ ਜਿਹੜਾ ਬਣਾਊਗਾ। ਇਹ ਸੀ ਟੌਪਿਕ ਆਪਣਾ ਬਿਲ ਆਫ ਐਕਸਚੇਂਜ ਦਾ। ਆਈ ਹੋਪ ਤੁਹਾਨੂੰ ਸਾਰਾ ਟੌਪਿਕ ਕਲੀਅਰ ਹੋਏਗਾ। ਪਹਿਲਾਂ ਦੇ ਟੌਪਿਕਸ ਦੀ ਵੀਡੀਓਜ਼ ਵੀ ਬਣੀਆਂ ਹੋਈਆਂ ਹੈਗੀਆਂ ਨੇ, ਤੁਸੀਂ ਪਲੇਲਿਸਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਐਂਡ stay tuned for the next video and please do share and subscribe.